ਤੁਸੀਂ ਦੇਖਿਆ ਹੋਊਗਾ ਬਹੁਤ ਸਾਰੀ ਨਿਊਜ਼ ਦੇ ਵਿੱਚ ਵੀ ਤਾਂ ਅਸੀਂ ਵੀ ਇੱਕ ਗਰੁੱਪ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸ਼ਿਵ ਸੈਨਾ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅਗਰ ਕਿਸਾਨ ਫਸਲ ਨਹੀਂ ਉਗਾਊਗਾ ਤਾਂ ਅਸੀਂ ਆਪ ਉਗਾਵਾਂਗੇ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਾਂ, ਜਿਹੜੇ ਸ਼ਿਵ ਸੈਨਾ ਵਾਲੇ ਆ ਇਹ ਮੋਦੀ ਦੀਆਂ ਭੇਡਾਂ ਨੇ, ਤੇ ਜਿਹੜੀ ਇਹ ਗੱਲ ਕਰਦੇ ਵੀ ਅਸੀਂ ਆਪ ਫਸਲਾਂ ਸਾਂਭਾਂਗੇ ਤੇ ਤਿਆਰ ਕਰਾਂਗੇ, ਉਹਨਾਂ ਨੂੰ ਇਹ ਦੱਸ ਦਿਓ ਵੀ ਆਹ ਤੁਸੀਂ ਕੈਮਰੇ ਨਾਲ ਦਿਖਾ ਦਿਓ ਆਹ ਫਸਲ ਦਾ ਨਾਂ ਦੱਸ ਦੇਣ ਕੀ ਆ, ਕਿਹੜੀ ਰੁੱਤ 'ਚ ਕਿਹੜੀ ਫਸਲ ਹੁੰਦੀ ਆ, ਅਸੀਂ ਨਾਮ ਦੇਣ ਨੂੰ ਤਿਆਰ ਆ ਇਹਨਾਂ ਨੂੰ। ਮੋਦੀ ਨੇ ਜਿੱਦਣ ਇਹਨਾਂ ਦੀ ਖਲ ਲਾਉਣੀ ਆ ਨਾ ਪਤਾ ਇਹਨਾਂ ਨੂੰ ਉੱਦਣ ਲੱਗਣਾ। ਇਹ ਭੁਲੇਖੇ 'ਚ ਨੇ ਵੀ ਮੋਦੀ ਨੇ ਸਾਨੂੰ ਕੁਝ ਨਹੀਂ ਕਹਿਣਾ। ਭੇਡਾਂ ਦੀ ਖਲ ਸਭ ਤੋਂ ਪਹਿਲਾਂ ਉਤਰਦੀ ਆ। ਇਹ ਬੀਜਣ ਦੀ ਗੱਲ ਕਰਦੇ, ਇਹਨਾਂ ਨੂੰ ਇਹ ਪੁੱਛ ਲਓ ਵੀ ਸਾਲ 'ਚ ਕਿੰਨੀਆਂ ਫਸਲਾਂ ਹੁੰਦੀਆਂ ਨੇ, ਕਿੰਨਾ ਟਾਈਮ ਫਸਲ ਪੱਕਣ ਨੂੰ ਲਾਉਂਦੀ ਆ। ਇਹ ਚੀਜ਼ਾਂ ਦੇ ਜਵਾਬ ਦੇ ਦੇਣ, ਇਹ ਜੋ ਕਹਿਣਗੇ ਅਸੀਂ ਇਹਨਾਂ ਦੇ ਦੇਣਦਾਰ ਹੋਵਾਂਗੇ। ਇਹਨਾਂ ਦਾ ਹੁੰਦਾ ਵੀ ਲੋਕ ਸਾਨੂੰ ਗਾਲਾਂ ਕੱਢਣ, ਉਦੋਂ ਬਾਅਦ ਸਾਨੂੰ ਪ੍ਰਸ਼ਾਸਨ ਆ ਜਿਹੜਾ ਉਹ ਗਨਮੈਨ ਦੇਵੇ, ਫਿਰ ਅਸੀਂ ਉਹ ਗਨਮੈਨ ਲੈ ਕੇ ਅਸੀਂ ਕਾਲੇ ਧੰਦੇ ਕਰੀਏ 2 ਨੰਬਰ ਦਾ। ਫਿਰ ਕਰਕੇ ਅੰਦਰ ਦੇਖਿਆ ਪਿੱਛੇ, ਕਿਉਂਕਿ ਸਾਡਾ ਇਹਨਾਂ ਨਾਲ ਬਾਹ ਪੈਂਦਾ ਹੀ ਰਹਿੰਦਾ। ਗਨਮੈਨ ਦੇ ਲਈ ਹੀ ਜ਼ਿਆਦਾ ਕੀਤਾ ਜਾਂਦਾ ਮੇਨ ਬਾਈ ਇਹ ਗਨਮੈਨ ਲੈ ਕੇ ਇਹਨਾਂ ਨੇ ਜਿਹੜੇ 2 ਨੰਬਰ ਦੇ ਕੰਮ ਕਰਨ ਦੇ। ਇੱਕ ਇਹਨਾਂ ਨੇ ਜਿਹੜੇ ਆਪਦੇ ਇਹਨਾਂ ਦੇ ਅਕਾਮ ਜਿਹੜੇ ਆਕਾ ਨੇ ਇਹਨਾਂ ਦੇ, ਉਹਨਾਂ ਦੀ ਚਾਪਲੂਸੀ ਕਰਨ ਲਈ, ਉਹਨਾਂ ਦੀ ਨਿਗਾਹ ਦੇ ਵਿੱਚ ਆਉਣ ਲਈ ਉੱਪਰ ਵੀ ਅਸੀਂ ਆਹ ਤੁਹਾਡੇ ਲਈ ਕਰ ਰਹੇ ਹਾਂ, RSS ਦੀ ਨਿਗਾਹ ਦੇ ਵਿੱਚ ਆਉਣ ਲਈ ਉਹ ਇਹ ਚੀਜ਼ਾਂ ਤਾਂ ਕਰਦੇ ਆ ਬਾਈ। ਜਿਹੜੇ ਹੁਣ ਪਹਿਲਾਂ ਵੀ ਤੁਸੀਂ ਦੱਸਿਆ ਵੀ ਉਹ RSS ਵਾਲੇ ਹੋ ਗਏ ਜਾਂ ਹੋਰ, ਉਹ ਬਿਆਨ ਉਹ ਬਾਹਰੋਂ ਬਾਰੀ ਬਿਆਨ ਨੇ ਉਹਨਾਂ ਦੇ। ਪੰਜਾਬ ਵਾਲਿਆਂ ਕੋਲੋਂ ਇੰਨਾ ਫੰਡ ਆਉਂਦਾ ਕਿੱਥੋਂ ਆ? ਕਹਿੰਦੇ ਲੰਗਰ ਲੱਗੀ ਜਾਂਦੇ ਨੇ, ਕਿਤੇ ਬਦਾਮ ਚੱਲੀ ਜਾਂਦੇ, ਕਿਤੇ ਕਾਜੂ ਚੱਲੀ ਜਾਂਦੇ ਨੇ, ਵੀ ਇਹ ਲਿਆਉਂਦੇ ਕਿੱਥੋਂ ਆ ਫੰਡ? ਇਹ ਕਹਿੰਦੇ ਦਿੱਲੀ ਹੋਇਆ ਸੀਗਾ ਆਹ ਜਿਹੜਾ ਅੰਨਾ ਹਜ਼ਾਰੇ ਨੇ ਕੀਤਾ ਸੀਗਾ, ਉਹਨੂੰ ਫੰਡਿੰਗ ਅਸੀਂ ਸਵਾਲ ਪੁੱਛਦੇ ਹਾਂ ਇਹਨਾਂ ਨੂੰ, ਉਹਦਾ ਜਵਾਬ ਦਿਓ। ਉਹਨੂੰ ਫੰਡਿੰਗ ਕੌਣ ਕਰਦਾ ਸੀ? RSS ਕਰ ਰਹੀ ਸੀਗੀ। ਜਿਹੜਾ ਇਹਨਾਂ ਦਾ NSC ਦਾ ਸਿਕਿਉਰਿਟੀ ਇੰਚਾਰਜ ਉਹ ਇਹਨੂੰ ਫੰਡਿੰਗ ਕਰਦੀ ਸੀ। ਉਹਦੀ ਜਿਹੜੀ ਫਾਊਂਡੇਸ਼ਨ ਆ ਵਿਵੇਕਾਨੰਦ ਫਾਊਂਡੇਸ਼ਨ, ਉਹ ਇਹਨੂੰ ਫੰਡਿੰਗ ਕਰ ਰਹੀ ਸੀ। ਉਹਦਾ ਕੱਢੋ ਤੁਸੀਂ, ਉਹਦਾ ਜਵਾਬ ਮੰਗੋ। ਥੋੜ੍ਹੇ ਜਿਹੇ ਹੁੰਦੇ ਆ ਨਾ ਜਿਹੜੇ ਮਤਲਬ ਲੀਡਰਾਂ ਦੇ ਕੌਲੀ ਜੱਟ ਹੁੰਦੇ ਆ, ਉਹ ਪਤਾ ਇਹਨਾਂ ਨੇ ਕੀ ਪ੍ਰਾਪੋਗੰਡਾ ਕੀਤਾ। ਉਹ ਕਹਿੰਦੇ ਵੀ ਇਹ ਬੰਦੇ ਪੈਸੇ ਲੈ ਕੇ ਉੱਠ ਖੜੇ, ਅਸੀਂ ਬਾਈ ਉਹਨਾਂ ਦੀ ਜੁੱਤੀ ਦੇ ਵਿੱਚ ਦੀ ਪਾਣੀ ਪੀ ਲਾਂਗੇ ਜੇ ਉਹ ਸਾਬਤ ਕਰ। ਆਹ ਪੰਪ ਦਾ ਮਾਲਕ ਬੈਠਾ ਹੋਊਗਾ, ਪੰਪ 'ਤੇ ਜਾ ਕੇ ਸਾਬਤ ਕਰ ਦੇਣ ਜੇ ਅਸੀਂ ਉੱਥੋਂ 1 ਰੁਪਈਆ ਲਿਆ ਹੋ। ਉਦੋਂ ਬਾਅਦ ਕਹਿੰਦੇ ਜੀ ਅਰੈਸਟ ਹੋ ਗਏ, ਦਿੱਲੀ ਆ ਕੇ ਪੈਸੇ ਦੇ ਕੇ ਅਰੈਸਟ ਹੋਇਆ ਪੁਲਿਸ ਵਾਲਿਆਂ ਨੂੰ। ਕੋਈ ਹੋ ਸਕਦਾ? ਤੁਸੀਂ ਮੈਨੂੰ ਇਹ ਜਵਾਬ ਦਿਓ। ਲੱਖਾ ਸਧਾਣਾ ਸਾਡਾ ਬਾਈਕਾਟ ਕਰ ਗਿਆ, ਇਹ ਗੱਲ ਵੀ ਮਤਲਬ ਪ੍ਰਚਲਿਤ ਕੀਤੀ ਜਾ ਰਹੀ ਆ। ਤੁਸੀਂ ਦੇਖੋ ਇੱਦਾਂ ਦੀਆਂ ਗੱਲਾਂ ਫੈਲਾਈਆਂ ਰਹਿੰਦੀਆਂ। ਦੀਪ ਸਿੱਧੂ ਤੇ ਜਿਹੜਾ ਲੱਖਾ ਸਧਾਣਾ ਵਾ, ਬਿਲਕੁਲ ਉਹ ਬਿਲਕੁਲ ਸਾਡੇ ਸਤਿਕਾਰਤ ਨੇ, ਕਿਉਂਕਿ ਇਹ ਜਿਹੜੀ ਲਹਿਰ ਬਣੀਆਂ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਸ਼ੁਰੂ ਤੋਂ, ਅਸੀਂ ਵੀ ਇੱਥੇ ਜਦੋਂ ਪੰਪ ਤੇ ਲਿਆ ਸਾਡੇ ਕੋਲ ਵੀ ਮੋਢੇ ਨਾਲ ਮੋਢਾ ਜੜ ਕੇ ਧੱਕੀ ਤੁਰੇ ਹੁੰਦੇ ਨੇ। ਹੁਣ ਵੀ ਕੱਲ੍ਹ ਪਰਸੋਂ ਪ੍ਰੋਗਰਾਮ ਸੀ, ਕਿਉਂਕਿ ਉਹਨਾਂ ਦਾ ਸਤਿਕਾਰ ਦੇਣਾ ਬਣਦਾ। ਕਈ ਵਾਰ ਉੱਥੇ ਸਟੇਜ ਤੇ ਹੁੰਦਾ ਬਿਲਕੁਲ ਉਹਨਾਂ ਦਾ ਕੋਈ ਏਜੰਡਾ ਹੁੰਦਾ ਵੀ ਅਸੀਂ ਨਹੀਂ ਕਰਨਾ, ਕਿਉਂਕਿ ਉਹ ਪਹਿਲਾਂ ਤੋਂ ਵੀ ਸਿਆਸੀ ਲੋਕ ਉਹਨਾਂ ਨੇ ਬੋਲਣ ਨਹੀਂ ਦਿੱਤੇ। 26 ਦਾ ਜਿਵੇਂ ਹੁਣ ਕੱਲ੍ਹ ਵੀ ਆ ਵੀ ਇੱਕ ਦਿੱਲੀ ਨੂੰ ਵਿਆਹੁਣ ਜਾਣਾ, ਉਹ ਤਿਆਰੀਆਂ ਫੁੱਲ ਨੇ ਸਾਡੀਆਂ 26 ਦੀਆਂ, ਕਿਉਂਕਿ ਹੁਣ ਦਿੱਲੀ ਦੀ ਜਿਹੜੀ ਕੁਰਸੀ ਆ ਅੱਗੇ ਆਪਾਂ ਕੋਸ਼ਿਸ਼ ਕਰਦੀ, ਹੁਣ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਮਤਲਬ ਉਹਨਾਂ ਦੀ ਕੁਰਸੀ ਹਿੱਲੀ ਪਈ ਆ, ਉਹਨਾਂ ਨੂੰ ਰਾਹ ਨਹੀਂ ਕੋਈ ਲੱਭ ਰਿਹਾ ਸੀ ਵੀ ਕਿੱਧਰ ਨੂੰ ਜਾਈਏ। ਇਹ ਜਿਹੜੇ ਆਮ ਲੋਕ ਨੇ ਆ ਪੁੱਠੀਆਂ ਸਿੱਧੇ ਬਿਆਨ ਦੇਈ ਜਾਂਦੇ ਨੇ, ਇਹ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਤੇ ਆਪਣੇ ਆਪ ਨੂੰ ਪ੍ਰਮੋਟ ਕਰਨਾ, ਕਿਉਂਕਿ ਇਹਨਾਂ ਦਾ ਕੋਈ ਆਧਾਰ ਨਹੀਂ ਹੈ, ਕੋਈ ਮਕਸਦ ਨਹੀਂ ਹੈ। ਕਿਉਂਕਿ ਜਿਹੜੀ ਸੁਪਰੀਮ ਕੋਰਟ ਦਾ ਜਿਹੜਾ, ਜੇ ਸਾਡਾ ਤੁਸੀਂ ਨਿੱਜੀ ਵਿਚਾਰ ਪੁੱਛਦੇ ਹੋ, ਸਾਨੂੰ ਉਹਨਾਂ ਤੇ ਯਕੀਨ ਨਹੀਂ ਹੈ। ਸਿਰਫ ਸਾਡਾ ਇਹੀ ਆ ਵੀ ਜਿਹੜੇ ਕਾਨੂੰਨ ਆ ਇਹ ਰੱਦ ਹੋਣੇ ਚਾਹੀਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਮੈਂ ਹਾਂ ਗੁਰਦੀਪ ਸਿੰਘ ਲੰਮੇ। ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਹੈ। ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ, ਕਿ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਕਿ ਇਹਨਾਂ ਕਾਨੂੰਨਾਂ ਦੇ ਉੱਤੇ ਰੋਕ ਲਗਾਈ ਜਾਵੇ, ਨਹੀਂ ਤਾਂ ਅਸੀਂ ਲਗਾਵਾਂਗੇ। ਜਿਸ ਤੋਂ ਬਾਅਦ ਕਿਸਾਨ ਖੁਸ਼ ਤਾਂ ਨੇ, ਲੇਕਿਨ ਸੰਘਰਸ਼ ਹਲੇ ਵੀ ਲਗਾਤਾਰ ਚੱਲ ਰਿਹਾ ਇਹਨਾਂ ਕਾਨੂੰਨਾਂ ਦੇ ਖਿਲਾਫ, ਤੇ ਅਪੀਲ ਕੀਤੀ ਜਾ ਰਹੀ ਹੈ ਬਾਰ-ਬਾਰ ਪੰਜਾਬੀਅਤ ਨੂੰ, ਪੰਜਾਬ ਦੇ ਲੋਕਾਂ ਨੂੰ ਤੇ ਹੋਰ ਕਿਸਾਨਾਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਜੁੜਿਆ ਜਾ ਸਕੇ, ਕਿਉਂਕਿ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਤੇ ਤੁਹਾਨੂੰ ਅੱਜ ਤਸਵੀਰਾਂ ਦਿਖਾਉਂਦੇ ਆ ਪੰਜਾਬ ਦੀਆਂ, ਪੰਜਾਬ ਦੇ ਕਿਸਾਨਾਂ ਦੇ ਜਿਹੜੇ ਖੇਤ ਨੇ ਉਹਨਾਂ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਕਿਸਾਨ ਜਿਹੜੇ ਇਹਨਾਂ ਖੇਤਾਂ ਦੇ ਵਿੱਚ ਆਪਣਾ ਸੰਘਰਸ਼ ਕਰਦੇ ਨੇ, ਆਪਣਾ ਮਿਹਨਤ ਕਰਦੇ ਨੇ, ਕਣਕ ਗਾਉਂਦੇ ਨੇ, ਝੋਨਾ ਗਾਉਂਦੇ ਨੇ, ਫਿਰ ਤੁਹਾਡੇ ਘਰ ਤੱਕ ਜਿਹੜਾ ਅਨਾਜ ਪਹੁੰਚਦਾ ਆ। ਲੇਕਿਨ ਕੁਝ ਅਜਿਹੇ ਲੋਕ ਹੁੰਦੇ ਨੇ ਜੋ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਕਿਸਾਨੀ ਸੰਘਰਸ਼ ਦੇ ਜਿਹੜਾ ਵਿਰੋਧ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਅਗਰ ਕਿਸਾਨ ਮਿਹਨਤ ਕਰਨਾ ਛੱਡ ਦੇਣਗੇ ਤਾਂ ਤੁਹਾਡੇ ਘਰ ਦੇ ਵਿੱਚ ਰੋਟੀ ਨਹੀਂ ਪੱਕੂਗੀ। ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਨੇ, ਤਾਂ ਦੇ ਨੌਜਵਾਨ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ, ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ, ਜਿਨ੍ਹਾਂ ਨੌਜਵਾਨਾਂ ਨੇ ਆਪਣੀ ਗ੍ਰਿਫਤਾਰੀਆਂ ਵੀ ਪਵਾਈਆਂ ਜਦੋਂ ਸੰਘਰਸ਼ ਸ਼ੁਰੂ ਹੋਇਆ 26 ਨਵੰਬਰ ਨੂੰ। ਤਾਂ 27 ਨਵੰਬਰ ਨੂੰ ਜਦੋਂ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਦੇ ਵਿੱਚ, ਤਾਂ ਗ੍ਰਿਫਤਾਰੀਆਂ ਵੀ ਹੋਈਆਂ ਸੀ। ਸੋ ਇਸ ਸੰਘਰਸ਼ ਦੇ ਵਿੱਚ ਪੰਜਾਬ ਦਾ ਕੋਈ ਬੱਚਾ ਨੌਜਵਾਨ, ਗੱਭਰੂ ਨਾਲ ਬਜ਼ੁਰਗ ਜਿਹੜੇ ਨੇ, ਸਾਰੇ ਇਸ ਸੰਘਰਸ਼ ਦੇ ਵਿੱਚ ਜਿਹੜੇ ਆ ਪਏ ਹੋਏ ਨੇ। ਤਾਂ ਅਸੀਂ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਭਾਜੀ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜੇ
ਨੌਜਵਾਨਾਂ ਨੂੰ ਕਿਵੇਂ ਮੋਟੀਵੇਟ ਕੀਤਾ ਜਾ ਰਿਹਾ ਇਸ ਸੰਘਰਸ਼ ਦੇ ਵਿੱਚ, ਕਿਉਂਕਿ ਇਸ ਸੰਘਰਸ਼ ਦੇ ਵਿੱਚ ਜੁੜਨਾ ਹਰ ਕੋਈ ਚਾਹੁੰਦਾ ਵਾ, ਲੇਕਿਨ ਜੇ ਗੱਲਬਾਤ ਕਰੀ ਜਾਵੇ ਕੋਈ ਹੋਰ ਅਜਿਹੇ ਲੋਕ ਨੇ ਜਿਹੜੇ ਇਸ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਕਹਿੰਦੀ ਇਸ ਸੰਘਰਸ਼ ਦੇ ਵਿੱਚ ਹੁੱਲੜਬਾਜੀ ਬਹੁਤ ਹੋ ਰਹੀ ਹੈ। ਜੀ ਜੀ ਜੀ, ਪਹਿਲਾਂ ਤਾਂ ਸਾਰੇ ਜਿੰਨੇ ਵੀ ਤੁਸੀਂ ਟੀਮ ਸਾਡੇ ਕੋਲ ਪਹੁੰਚੇ ਹੋਗੇ, ਪਹਿਲੇ ਦਿਨ ਤੋਂ ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਤੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਬਾਈ ਜੀ ਜਿਹੜੀ ਨੌਜਵਾਨੀ ਦੀ ਤੁਸੀਂ ਗੱਲ ਕੀਤੀ ਆ, ਇਹ ਜਿਹੜਾ ਸਾਡਾ ਸ਼ੁਰੂ ਤੋਂ ਆ, ਕਿਉਂਕਿ ਕਿਸਾਨ ਜਥੇਬੰਦੀਆਂ ਸੀਗੀਆਂ ਪਹਿਲਾਂ, ਅੱਗੇ ਸਮੇਂ ਦੇ ਵਿੱਚ ਕੀ ਹੁੰਦਾ ਸੀ, ਜਿਹੜਾ ਇਹ ਮਤਲਬ ਪੂਰੇ ਵਰਲਡ ਜਿਹੜਾ ਹੁਣ ਜਾਗਿਆ ਵਾ, ਅੱਗੇ ਤਾਂ ਸਿਰਫ ਸਾਡਾ ਪੂਰਾ ਭਾਰਤ ਸੀ, ਹੁਣ ਪੂਰਾ ਵਰਲਡ ਹੈ ਡੇਲੀ ਸਾਡੇ, ਕਿਉਂਕਿ ਸਾਡੇ ਵੀਰ ਉੱਥੇ ਬੈਠੇ ਨੇ ਤੇ ਨੌਜਵਾਨ ਉਹ ਸਾਡੇ ਇੱਥੋਂ ਇਸ ਮਿੱਟੀ ਦੇ ਵਿੱਚੋਂ, ਜਿਹੜਾ ਹੁਣ ਨੌਜਵਾਨ ਬਾਹਰ ਵੀ ਪਹੁੰਚੇ, ਇਸ ਮਿੱਟੀ ਦੇ ਵਿੱਚੋਂ ਜਿਹੜੀ ਅਸੀਂ ਆਪਣੀਆਂ ਚਾਹੇ ਜ਼ਮੀਨਾਂ ਵੇਚੀਆਂ, ਅਸੀਂ ਆਪਣਾ ਖੂਨ ਪਸੀਨਾ ਇੱਕ ਕਰਕੇ ਉਹਨਾਂ ਦੀ ਕਮਾਈਆਂ ਕਰਕੇ ਉਹ ਬਾਹਰ ਗਏ ਨੇ, ਇਸ ਕਰਕੇ ਉਹਨਾਂ ਨੂੰ ਇਸ ਮਿੱਟੀ ਦਾ ਦਰਦ ਹੈ ਸਾਡੀ ਬਾਹਰਲੀ ਨੌਜਵਾਨੀ ਨੂੰ। ਦੂਜੀ ਗੱਲ ਤੁਸੀਂ ਕੀਤੀ ਹੈ ਵੀ ਨੌਜਵਾਨ ਡੀਮੋਟੀਵੇਟ ਬਾਈ ਜੀ ਕੋਈ ਨਹੀਂ ਹੈ, ਕੋਈ ਸੰਘਰਸ਼ ਨਹੀਂ ਹੈ, ਕਿਉਂਕਿ ਇਹ ਜਿਹੜਾ ਸੰਘਰਸ਼ ਪੀਕ ਤੇ ਆ, ਹੁਣ ਅਸੀਂ ਜਿੱਤ ਵੱਲ ਵੱਧ ਚੁੱਕੇ ਹਾਂ, ਜਿੱਤ ਸਾਡੀ ਯਕੀਨੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਵੀ ਅਸੀਂ ਜਿੱਤ ਤੋਂ ਪਿੱਛੇ ਹਾਂ, ਜਿੱਤ ਸਾਡੀ ਬਿਲਕੁਲ ਯਕੀਨੀ ਹੈ, ਜਿੱਤ ਕੇ ਹੀ ਅਸੀਂ ਵਾਪਸ ਆਵਾਂਗੇ। ਮੋਟੀਵੇਟ ਕਿਉਂਕਿ ਹੁਣ ਕੱਲ ਵੀ ਤੁਸੀਂ ਇੱਥੇ ਜਿਹੜੇ ਬਿਲਕੁਲ ਸਿਆਸੀ ਲਾਹਾ ਕਿਸੇ ਨੇ ਵੀ ਇਸ ਜਿਹੜਾ ਸੰਘਰਸ਼ ਦਾ ਉਹ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹਦੇ ਕਰਕੇ ਹੀ ਇਹਨੂੰ ਡੀਮੋਟੀਵੇਟ ਕਰ ਰਹੇ ਨੇ, ਕਿਉਂਕਿ ਉਹਨਾਂ ਕੋਲ ਨਵੇਂ ਕੋਈ ਤਰੀਕੇ ਨੇ ਵੀ ਇਹ ਨੌਜਵਾਨ ਕੁਛ ਕਰ ਰਹੇ ਨੇ, ਕਿਉਂਕਿ 70 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ ਨੇ, ਉਹ ਸ਼ਹਾਦਤਾਂ ਹੋ ਚੁੱਕੀਆਂ, ਸਾਡੇ ਉਹ ਵੀਰ ਨੇ, ਸਾਡੇ ਉਹ ਭਾਈ ਨੇ, ਸਾਡੇ ਬਜ਼ੁਰਗ ਨੇ, ਕਿਉਂਕਿ ਕਿਸੇ ਘਰ ਦੇ ਵਿੱਚੋਂ ਕਿਸੇ ਵਿਅਕਤੀ ਦਾ ਜਾਣਾ ਮਤਲਬ ਉਹੀ ਅਸਹਿਬ ਆ, ਉਹੀ ਸਮਝ ਸਕਦਾ ਵੀ ਇਹ ਕਿੰਨਾ ਔਖਾ ਹੈ। ਤੇ ਦੂਜੀ ਗੱਲ ਜਿਹੜਾ ਨੌਜਵਾਨ ਆ ਉਹ ਬਿਲਕੁਲ ਜਾਗਦਾ, ਕਿਉਂਕਿ 26 ਦਾ ਜਿਵੇਂ ਹੁਣ ਕੱਲ ਵੀ ਆ ਵੀ ਇੱਕ ਦਿੱਲੀ ਨੂੰ ਵਿਆਹਣ ਜਾਣਾ, ਉਹ ਤਿਆਰੀਆਂ ਫੁੱਲ ਨੇ ਸਾਡੀਆਂ 26 ਦੀਆਂ, ਕਿਉਂਕਿ ਹੁਣ ਦਿੱਲੀ ਦੀ ਜਿਹੜੀ ਕੁਰਸੀ ਆ ਅੱਗੇ ਆਪਾਂ ਕੋਸ਼ਿਸ਼ ਕਰਦੀ, ਹੁਣ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਮਤਲਬ ਉਹਨਾਂ ਦੀ ਕੁਰਸੀ ਹਿੱਲੀ ਪਈ ਆ, ਉਹਨਾਂ ਨੂੰ ਰਾਹ ਨਹੀਂ ਕੋਈ ਲੱਭ ਰਿਹਾ ਸੀ ਵੀ ਕਿੱਧਰ ਨੂੰ ਜਾਈਏ। ਇਹ ਜਿਹੜੇ ਆਮ ਲੋਕ ਨੇ ਆ ਪੁੱਠੀਆਂ ਸਿੱਧੇ ਬਿਆਨ ਦੇਈ ਜਾਂਦੇ ਨੇ, ਇਹ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਤੇ ਆਪਣੇ ਆਪ ਨੂੰ ਪ੍ਰਮੋਟ ਕਰਨਾ, ਕਿਉਂਕਿ ਇਹਨਾਂ ਦਾ ਕੋਈ ਆਧਾਰ ਨਹੀਂ ਹੈ, ਕੋਈ ਮਕਸਦ ਨਹੀਂ ਹੈ, ਬਿਲਕੁਲ ਨੌਜਵਾਨੀ ਇੱਕਦਮ ਆ, ਇੱਕ ਪਲੇਟਫਾਰਮ ਤੇ ਜਥੇਬੰਦੀਆਂ ਦੇ ਪ੍ਰੋਗਰਾਮ ਨੇ, ਬਿਲਕੁਲ ਸੰਘਰਸ਼ਾਂ ਗੂੰਜਾਂ ਪਈਆਂ ਨੇ ਵੀਰੇ। ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਕਿਹਾ, ਫਟਕਾਰ ਲਗਾਈ ਸਰਕਾਰ ਨੂੰ ਕਿ ਇਹਨਾਂ ਕਾਨੂੰਨਾਂ ਨੂੰ ਉੱਤੇ ਰੋਕ ਲਗਾਈ ਜਾਵੇ, ਕਿਉਂਕਿ ਸੰਘਰਸ਼ ਦੇ ਵਿੱਚ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਜਿਹੜੀ ਸ਼ਹਾਦਤ ਦੀ ਗੱਲ ਕੀਤੀ ਆ ਤਾਂ ਬਹੁਤ ਸ਼ਹਾਦਤਾਂ ਹੋਈਆਂ ਨੇ, ਤਾਂ ਉਸ ਦੇ ਉੱਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਗੱਲ ਕਿਉਂ ਨਹੀਂ ਸੁਣ ਰਹੀ। ਤਾਂ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਹੋ? ਬਾਈ ਜੀ ਸੁਪਰੀਮ ਕੋਰਟ ਦਾ ਫੈਸਲਾ ਹਲੇ ਆਇਆ ਹੀ ਨਹੀਂ ਹੈ ਜੀ। ਸੁਪਰੀਮ ਕੋਰਟ ਨੇ ਤਾਂ ਇਹ ਕਿਹਾ ਵੀ ਹੋਲਡ ਨਾਲ ਸਾਡਾ ਕੁਝ ਨਹੀਂ ਹੋਣਾ, ਕਿਉਂਕਿ ਇਹ ਤਾਂ ਜਾਂਦਾ ਸਟੇ ਦਾ ਹੁੰਦਾ ਵੀ ਸਟੇ ਨਾਲ ਇਹਨੂੰ ਰੋਕ ਲਾਈ ਜਾਵੇ, ਹੋਲਡ ਆ ਵੀ ਇਹਨੂੰ ਹੋਲਡ ਰੱਖ ਲਓ, ਨਾ ਇੱਧਰ, ਕਿਉਂਕਿ ਕਿਸਾਨ ਜਥੇਬੰਦੀਆਂ ਸਾਡੀਆਂ ਮੋਢੀ ਨੇ, ਕਿਉਂਕਿ ਉਹ ਬਿਲਕੁਲ ਉਹ ਜੋ ਵੀ ਪ੍ਰੋਗਰਾਮ ਨੇ ਉਹਨਾਂ ਦੇ ਉਹ ਲੀਕਦੇ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਸੇ ਪ੍ਰੋਗਰਾਮਾਂ ਦੇ ਤਹਿਤ ਅਸੀਂ ਉਸ ਆਪਣੇ ਜਿੱਤ ਦੇ ਵੱਲ ਪਹੁੰਚ ਰਹੇ ਹਾਂ। ਸੁਪਰੀਮ ਕੋਰਟ ਦੀ ਗੱਲ ਕੀਤੀ ਹੈ, ਸੁਪਰੀਮ ਕੋਰਟ ਨੇ ਜਿਹੜੀ ਇੱਕ ਹੋਲਡ ਵਾਲੀ ਗੱਲ ਆ, ਅਸੀਂ ਉਹ ਤੋਂ ਮਤਲਬ ਬਿਲਕੁਲ ਅਸੰਤੁਸ਼ਟ ਹਾਂ, ਸਾਨੂੰ ਉਹ 'ਤੇ ਕੋਈ ਤਸੱਲੀ ਨਹੀਂ ਹੈ। ਉਹਦਾ ਕਾਰਨ ਕੀ ਹੈ, ਕਿਉਂਕਿ ਉਹ ਸਾਰਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਅਪੀਲ ਦਾਇਰ ਕੀਤੀ ਆ, ਪਟੀਸ਼ਨਾਂ ਦਾਇਰ ਹੋਈਆਂ ਨੇ, ਉਹਦੇ 'ਚ ਇਹਨੂੰ ਕਾਨੂੰਨ ਰੱਦ ਕਰਨ ਨੂੰ ਕੋਈ ਪਟੀਸ਼ਨ ਨਹੀਂ ਹੈ, ਉਹ ਸਿਰਫ ਜਿਹੜੀ ਉਹਦੇ 'ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਆ, ਉਹ ਤਾਂ ਚਾਹੇ ਸਾਡੀਆਂ ਬੀਬੀਆਂ ਭੈਣਾਂ ਹੋਣ, ਉਹਨਾਂ ਨੇ ਇਹ ਗੱਲ ਕੀਤੀ ਆ ਵੀ ਜਿਹੜੀ ਇਹ ਬੀਬੀਆਂ ਭੈਣਾਂ ਜਾਂ ਉੱਥੇ ਜਿਹੜੇ ਲੋਕਾਂ ਨੇ ਦਿੱਲੀ ਦੇ ਵਿੱਚ ਰਾਹ ਰੁਕੇ ਹੋਏ ਨੇ, ਉਸ ਨੂੰ ਲੈ ਕੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਆ। ਕਾਨੂੰਨ ਰੱਦ ਕਰਨ ਦੇ ਵਿੱਚ ਉਹਦੀ ਕੋਈ ਪਟੀਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ। ਸਾਡੀ ਇਹੀ ਆ ਵੀ ਹੋਲਡ ਦਾ ਨਹੀਂ ਹੈ ਗੱਲ, ਬਾਕੀ ਸਾਡੀਆਂ ਕਿਸਾਨ ਜਥੇਬੰਦੀਆਂ ਜੋ ਵੀ ਬਹੁਤ ਬੁੱਧੀਜੀਵੀ ਨੇ ਕਾਨੂੰਨਾਂ ਦੇ ਵਿੱਚ, ਉੱਥੇ ਸਾਡਾ ਇੱਕ ਸੰਗਠਨ ਆ, ਸਾਡੇ ਜਿਹੜੇ ਜਿੰਨੇ ਵੀ ਮਾਹਰ ਨੇ ਉਹ ਕਾਨੂੰਨੀ ਸਲਾਹ ਨਾਲ ਹੀ ਅਸੀਂ ਇਸ ਕੰਮ ਕਰਾਂਗੇ, ਕਿਉਂਕਿ ਜਿਹੜੀ ਸੁਪਰੀਮ ਕੋਰਟ ਦਾ ਜਿਹੜਾ ਜੇ ਸਾਡਾ ਤੁਸੀਂ ਨਿੱਜੀ ਵਿਚਾਰ ਪੁੱਛਦੇ ਹੋ, ਸਾਨੂੰ ਉਹਨਾਂ ਤੇ ਯਕੀਨ ਨਹੀਂ ਹੈ, ਸਿਰਫ ਸਾਡਾ ਇਹੀ ਆ ਵੀ ਜਿਹੜੇ ਕਾਨੂੰਨ ਆ ਇਹ ਰੱਦ ਹੋਣੇ ਚਾਹੀਦੇ, ਕਿਉਂਕਿ ਅੱਗੇ ਵੀ ਬਹੁਤ ਕੁਝ ਹੋਇਆ। ਸੁਪਰੀਮ ਕੋਰਟ ਦੇ ਜਿਹੜੀ ਰਿਪੀਲ ਹੈ, ਮੰਨ ਲਓ ਅੱਜ ਇਹਨੂੰ ਹੋਲਡ ਕਰ ਲੈਂਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫਿਰ ਕਰ ਲੈਣਗੇ। ਸਿਰਫ ਮੇਨ ਮਕਸਦ ਉਹਨਾਂ ਦਾ ਜਿਹੜਾ ਇਹ ਸਾਡਾ ਅੰਦੋਲਨ ਹੈ, ਇਹਨੂੰ ਤਾਰੋ ਪੀੜ ਕਰਨ ਦੇ ਵਿੱਚ, ਇਹਨੂੰ ਕਮਜ਼ੋਰ ਕਰਨ ਦੇ ਵਿੱਚ ਉਹਨਾਂ ਦਾ ਸੰਘਰਸ਼ ਆ। ਹੋਰ ਇਸ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਸੁਪਰੀਮ ਕੋਰਟ ਹੋਲਡ ਵਾਲਾ ਕੋਈ ਬੜਾ ਅਹਿਮੀਅਤ ਰੱਖਦੀ ਹੈ ਜੀ ਗੱਲ। ਤੁਹਾਡੇ ਕੋਲ ਆਉਂਦੇ ਆ, ਤੁਸੀਂ ਦੇਖਿਆ ਹੋਊਗਾ ਬਹੁਤ ਸਾਰੀ ਨਿਊਜ਼ ਦੇ ਵਿੱਚ ਵੀ, ਤਾਂ ਅਸੀਂ ਵੀ ਇੱਕ ਗਰੁੱਪ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸ਼ਿਵ ਸੈਨਾ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅਗਰ ਕਿਸਾਨ ਫਸਲ ਨਹੀਂ ਉਗਾਊਗਾ ਤਾਂ ਅਸੀਂ ਆਪ ਉਗਾਵਾਂਗੇ। ਤੁਸੀਂ ਇਹਨਾਂ ਦੇ ਜਿਹੜੇ ਆ ਕਿਹਾ ਗਿਆ ਇਹਨਾਂ ਦੇ ਵੱਲੋਂ ਆਪ ਉਗਾਵਾਂਗੇ, ਕੀ ਕਹਿਣਾ ਚਾਹੁੰਦੇ ਹੋ? ਬਈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਾਂ, ਜਿਹੜੇ ਸ਼ਿਵ ਸੈਨਾ ਵਾਲੇ ਆ ਇਹ ਮੋਦੀ ਦੀਆਂ ਭੇਡਾਂ ਨੇ, ਤੇ ਮੋਦੀ ਨੇ ਜਿੱਦਣ ਇਹਨਾਂ ਦੀ ਖਲ ਲਾਉਣੀ ਆ ਨਾ, ਪਤਾ ਇਹਨਾਂ ਨੂੰ ਉੱਦਣ ਲੱਗਣਾ। ਇਹ ਭੁਲੇਖੇ 'ਚ ਨੇ ਵੀ ਮੋਦੀ ਨੇ ਸਾਨੂੰ ਕੁਝ ਨਹੀਂ ਕਹਿਣਾ, ਭੇਡਾਂ ਦੀ ਖਲ ਸਭ ਤੋਂ ਪਹਿਲਾਂ ਉਤਰਦੀ ਆ। ਤੇ ਜਿਹੜੀ ਇਹ ਗੱਲ ਕਰਦੇ ਵੀ ਅਸੀਂ ਆਪ ਫਸਲਾਂ ਸਾਂਭਾਂਗੇ ਤੇ ਤਿਆਰ ਕਰਾਂਗੇ, ਉਹਨਾਂ ਨੂੰ ਇਹ ਦੱਸ ਦਿਓ ਵੀ ਆਹ ਤੁਸੀਂ ਕੈਮਰੇ ਨਾਲ ਦਿਖਾ ਦਿਓ, ਆਹ ਫਸਲ ਦਾ ਨਾਂ ਦੱਸ ਦੇਣ ਕੀ ਆ, ਕਿਹੜੀ ਰੁੱਤ 'ਚ ਕਿਹੜੀ ਫਸਲ ਹੁੰਦੀ ਆ, ਅਸੀਂ ਨਾਮ ਦੇਣ ਨੂੰ ਤਿਆਰ ਆ ਇਹਨਾਂ ਨੂੰ। ਇਹ ਬੀਜਣ ਦੀ ਗੱਲ ਕਰਦੇ, ਇਹਨਾਂ ਨੂੰ ਇਹ ਪੁੱਛ ਲਓ ਵੀ ਸਾਲ 'ਚ ਕਿੰਨੀਆਂ ਫਸਲਾਂ ਹੁੰਦੀਆਂ ਨੇ, ਕਿੰਨਾ ਟਾਈਮ ਫਸਲ ਪੱਕਣ ਨੂੰ ਲਾਉਂਦੀ ਆ, ਇਹ ਚੀਜ਼ਾਂ ਦੇ ਜਵਾਬ ਦੇ ਦੇਣ। ਇਹ ਜੋ ਕਹਿਣਗੇ ਅਸੀਂ ਇਹਨਾਂ ਦੇ ਦੇਣਦਾਰ ਹੋਵਾਂਗੇ। ਉਹ ਤਾਂ ਕਹਿੰਦੇ ਕਿੱਲੇ ਅਸੀਂ 2 ਅਗਦੇ ਲੱਖ ਖਰੀਦ ਲਾਂਗੇ, ਬਾਹਲੀ ਗੱਲ ਹੋਈ ਅਸੀਂ ਆਪ ਹੀ ਲਾ ਲਵਾਂਗੇ। ਕਹਿੰਦੇ ਜੇ ਲੋੜ ਪਈ ਤਾਂ ਅਸੀਂ ਪਹਿਲਾਂ ਵੀ ਲਾਉਂਦੇ ਰਹੇ, ਸਾਡੇ ਬਜ਼ੁਰਗ ਲਾਉਂਦੇ ਰਹੇ, ਤਾਂ ਅਸੀਂ ਲਾਵਾਂਗੇ ਜ਼ਰੂਰ। ਅਸਲ 'ਚ ਬਾਈ ਇਹ ਤਾਂ ਨਾ ਇਹ ਵਿਚਾਰੇ ਕੀ ਕਰਨ, ਇਹਨਾਂ ਦਾ ਮੇਨ ਜਿਹੜਾ ਪਰਪਸ ਆ, ਇਹ ਤੁਹਾਡੇ ਜਿਹੜੇ ਮੀਡੀਆ ਦੇ ਵਿੱਚ ਮਤਲਬ ਇਹ ਬਿਆਨਬਾਜ਼ੀ ਕਰਦੇ ਆ ਬੇਫਾਲਤੂ ਦੀ, ਇਹਨਾਂ ਦਾ ਹੁੰਦਾ ਵੀ ਲੋਕ ਸਾਨੂੰ ਗਾਲਾਂ ਕੱਢਣ,
ਉਦੋਂ ਬਾਅਦ ਸਾਨੂੰ ਪ੍ਰਸ਼ਾਸਨ ਆ ਜਿਹੜਾ ਉਹ ਗਨਮੈਨ ਦੇਵੇ, ਫਿਰ ਅਸੀਂ ਉਹ ਗਨਮੈਨ ਲੈ ਕੇ ਅਸੀਂ ਕਾਲੇ ਧੰਦੇ ਕਰੀਏ 2 ਨੰਬਰ ਦਾ, ਫਿਰ ਉਹ ਕਰਕੇ ਅੰਦਰ ਦੇਖਿਆ ਪਿੱਛੇ, ਕਿਉਂਕਿ ਸਾਡਾ ਇਹਨਾਂ ਨਾਲ ਬਾਹ ਪੈਂਦਾ ਹੀ ਰਹਿੰਦਾ। ਗਨਮੈਨ ਦੇ ਲਈ ਹੀ ਜ਼ਿਆਦਾ ਕੀਤਾ ਜਾਂਦਾ ਮੇਨ ਬਾਈ ਇਹ ਗਨਮੈਨ ਲੈ ਕੇ ਇਹਨਾਂ ਨੇ ਜਿਹੜੇ 2 ਨੰਬਰ ਦੇ ਕੰਮ ਕਰਨ ਦੇ, ਇੱਕ ਇਹਨਾਂ ਨੇ ਜਿਹੜੇ ਆਪਦੇ ਇਹਨਾਂ ਦੇ ਅਕਾਮ ਜਿਹੜੇ ਆਕਾ ਨੇ ਇਹਨਾਂ ਦੇ, ਉਹਨਾਂ ਦੀ ਚਾਪਲੂਸੀ ਕਰਨ ਲਈ, ਉਹਨਾਂ ਦੀ ਨਿਗਾਹ ਦੇ ਵਿੱਚ ਆਉਣ ਲਈ ਉੱਪਰ ਵੀ ਅਸੀਂ ਆਹ ਤੁਹਾਡੇ ਲਈ ਕਰ ਰਹੇ ਹਾਂ, RSS ਦੀ ਨਿਗਾਹ ਦੇ ਵਿੱਚ ਆਉਣ ਲਈ ਉਹ ਇਹ ਚੀਜ਼ਾਂ ਤਾਂ ਕਰਦੇ ਆ ਬਾਈ। ਅੱਛਾ ਜੀ, ਤੁਹਾਡੇ ਕੋਲ ਆਉਂਦੇ ਹਾਂ ਜੀ, ਜਿਹੜਾ ਸੰਘਰਸ਼ ਚੱਲਦਾ ਪਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸੰਘਰਸ਼ ਜਿਹੜਾ ਲਗਾਤਾਰ ਤੇਜ਼ ਹੋ ਰਿਹਾ ਵਾ, ਨੌਜਵਾਨ ਨਾਲ ਜੁੜ ਰਹੇ ਨੇ, ਬਜ਼ੁਰਗ ਜੁੜ ਰਹੇ ਨੇ, ਬੱਚੇ ਜੁੜ ਰਹੇ ਨੇ, ਤਾਂ ਉੱਥੇ ਗਿਣਤੀ ਹੋਰ ਵੱਧਦੀ ਜਾ ਰਹੀ ਹੈ, ਤਾਂ ਇਸ ਸੰਘਰਸ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸੰਘਰਸ਼ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਜੇ ਸੰਘਰਸ਼ ਬਾਰੇ ਪੁੱਛੀਏ ਤਾਂ ਦਿਨ ਪਰ ਦਿਨ ਸੰਘਰਸ਼ ਪੂਰਾ ਤੇਜ਼ ਹੁੰਦਾ ਜਾਂਦਾ। ਅਸੀਂ ਕਹਿੰਦੇ ਹਾਂ ਵੀ ਜੇ ਲੋਕਾਂ ਨੂੰ ਇਹ ਆਪਣੇ ਮੁੱਦਾ ਪਸੰਦ ਨਹੀਂ ਹੈਗੇ, ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ। ਇੰਨੀ ਪਬਲਿਕ ਕਾਹਤੇ ਠੰਡ 'ਚ ਮਾਰੀ ਹੈ? ਜੇ ਕਿਸਾਨ ਕਹਿੰਦੇ ਨੇ ਵੀ ਸਾਡੇ ਇਹ ਹੈ ਨਹੀਂ ਫਿੱਟ, ਉਹ ਆਪਦਾ ਵਾਪਸ ਲੈ ਲੈਣ। ਅਸੀਂ ਤਾਂ ਇੰਨਾ ਹੀ ਕਹਿੰਦੇ ਹਾਂ ਵੀ ਮੋਦੀ ਸਾਹਿਬ ਨੂੰ ਸੋਚ ਕੇ ਇਹ ਵਾਪਸ ਲੈਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਅੱਛਾ ਵੀ ਸੁਖਦੀਪ, ਤੁਹਾਡੇ ਕੋਲ ਵਾਪਸ ਆਉਂਦੇ ਆ, ਕਹਿੰਦੇ ਵੀ ਜਿਹੜੇ ਨੌਜਵਾਨ ਨੇ, ਪੰਜਾਬ ਦੇ ਨੌਜਵਾਨ ਉੱਥੇ ਗਏ ਨੇ, ਕਹਿੰਦੇ ਉੱਥੇ ਰਾਤ ਨੂੰ ਡੈਕ ਚੱਲਦਾ ਵਾ, ਕਹਿੰਦੇ ਡੈਕ ਲਾ ਲਿਆ ਜਾਂਦਾ ਵਾ, ਜਾਂ ਜਿਵੇਂ ਕਹਿ ਦਈਏ ਅਲੱਗ ਧੜਾ ਬਣ ਗਿਆ ਇੱਕ, ਜਿਵੇਂ ਲੱਖਾ ਸਿਧਾਣਾ ਅਲੱਗ ਚੱਲਦੇ ਨੇ ਆਪਣੇ, ਜਿਵੇਂ ਦੀਪ ਸਿੱਧੂ ਅਲੱਗ ਚੱਲਦੇ ਨੇ, ਜਥੇਬੰਦੀਆਂ ਕਹਿੰਦੇ ਵੀ ਅਸੀਂ ਉਹਨਾਂ ਸਟੇਜ ਤੇ ਆਉਣ ਨਹੀਂ ਦੇਣਾ ਹੈਗਾ, ਅਸੀਂ ਉਹਨੂੰ ਬੋਲਣ ਨਹੀਂ ਦੇਣਾ ਹੈਗਾ ਵੀ ਅਸੀਂ, ਕਿਉਂਕਿ ਉਹਨਾਂ ਨੌਜਵਾਨ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਨੇ ਤੇ ਰਾਤ ਨੂੰ ਗਾਣੇ ਲਾ ਕੇ ਨੱਚਦੇ ਪਏ ਨੇ, ਤੇ ਉਸ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਬਾਈ ਜੀ ਮੈਂ ਤੁਹਾਨੂੰ ਦੱਸਦਾ ਗੱਲ, ਕਿਉਂਕਿ ਅਸੀਂ ਉੱਥੇ ਪਹਿਲੇ ਦਿਨ ਤੋਂ ਹੀ, ਜਿਵੇਂ 26 ਨੂੰ ਅਸੀਂ ਦਿੱਲੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਪਹਿਲੇ ਦਿਨ ਤੋਂ ਹੀ ਉੱਥੇ ਜੁੜੇ ਹੋਏ ਹਾਂ। ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹੁਣ ਸੰਘਰਸ਼ ਅਸੀਂ ਜਿੱਤ ਚੁੱਕੇ ਹਾਂ, ਕੋਈ ਸਾਨੂੰ ਕਿਸੇ ਤਰ੍ਹਾਂ ਦੀ ਹੁਣ ਜਿਹੜੀ 26 ਦੀ ਕਾਲ ਹੈ ਜਿਹੜੀ ਉੱਥੇ ਡੈਕ ਵਾਲੀ ਗੱਲ ਹੈ, ਕਿਉਂਕਿ ਜਿਹੜੇ ਸਾਡੇ ਸਿੰਗਰ ਭਾਈਚਾਰਾ, ਪਹਿਲਾਂ ਇਹਨਾਂ ਨੇ ਸਿੰਗਰ ਭਾਈਚਾਰਾ ਤੇ ਕਿਸਾਨ ਜਥੇਬੰਦੀਆਂ ਅਲਾਈਅੰਸ ਹੋਇਆ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ, ਹਾਂ ਅੱਗੇ ਕਿਸਾਨੀ ਵਾਲੇ ਅੱਗੇ ਗਾਣੇ ਸਾਨੂੰ ਮਾਰ ਕਟਾਈ ਵਾਲੇ ਹਥਿਆਰਾਂ ਵਾਲੇ ਗਾਣੇ ਸੀ, ਹੁਣ ਮਤਲਬ ਸਾਨੂੰ ਜਿਹੜੇ ਉਹ ਗਾਣੇ ਨੇ ਉਹਦੇ ਨਾਲ ਇੱਕ ਲੂੰ ਕੰਡੇ ਖੜੇ ਹੁੰਦੇ ਨੇ, ਕਿਉਂਕਿ ਪੰਜਾਬ ਦੇ ਬਾਰੇ ਪੰਜਾਬ ਕਿਹਨੂੰ ਕਹਿੰਦੇ? ਪੰਜਾਬ ਸਾਡਾ ਕੀ ਆ, ਜਿਹੜੀ ਸਾਡੀ ਹੁਣ ਆਪਾਂ ਖੇਤਾਂ ਦੇ ਵਿੱਚ ਖੜੇ ਆ ਅਸੀਂ ਬਾਈ ਜੀ, ਸਾਡਾ ਇਹਦੇ ਨਾਲ ਜਿਵੇਂ ਕਹਦੀਏ ਸਾਡੀ ਜ਼ਮੀਰ ਜੁੜੀ ਹੋਈ ਆ, ਇੱਥੇ ਆ ਕੇ ਇੱਕ ਸਕੂਨ ਮਿਲਦਾ ਸਾਨੂੰ। ਉਹਨਾਂ ਨੂੰ ਇਹ ਚੀਜ਼ਾਂ ਜਿਹੜੇ ਹੁਣ ਪਹਿਲਾਂ ਵੀ ਤੁਸੀਂ ਦੱਸਿਆ ਵੀ ਉਹ RSS ਵਾਲੇ ਹੋ ਗਏ ਜਾਂ ਹੋਰ, ਉਹ ਬਿਆਨ ਉਹ ਬਾਹਰੋਂ ਬਾਰੀ ਬਿਆਨ ਨੇ ਉਹਨਾਂ ਦੇ, ਕਿਉਂਕਿ ਇੱਥੇ ਜਿਹੜਾ ਜ਼ਮੀਨੀ ਪੱਧਰ ਤੇ ਸਕੂਨ ਮਿਲਦਾ ਜਾਂ ਇਹ ਗੱਲਾਂ ਬਾਤਾਂ ਨੇ, ਜਾਂ ਹੁਣ ਤੁਸੀਂ ਡੈਕ ਦੀ ਗੱਲ ਕੀਤੀ, ਉਹ ਟਰੈਕਟਰ ਉੱਥੇ ਜਾਂਦੇ, ਟਰੈਕਟਰ ਨਾਲ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ, ਟਰੈਕਟਰ ਜਿਵੇਂ ਕਹਿੰਦੇ ਪਿਓ ਪੁੱਤ ਦਾ ਰਿਸ਼ਤਾ ਸਾਡਾ ਟਰੈਕਟਰ ਦੇ ਨਾਲ, ਉੱਥੇ ਉਹ ਜਾ ਕੇ ਬਿਲਕੁਲ, ਕਿਉਂਕਿ ਨੌਜਵਾਨ ਪੀੜ੍ਹੀ ਆ ਉੱਥੇ ਮੋਟੀਵੇਟ ਨੇ, ਸ਼ਾਮ ਨੂੰ ਆਪਦਾ ਥਕੇਮਾ ਲਾਉਣ ਲਈ, ਜਿਵੇਂ ਆਪਾਂ ਕਹਿੰਦੇ ਮਿਊਜ਼ਿਕ ਇੱਕ ਥਕੇਮਾ ਲਾਉਣ ਵਾਲਾ, ਉਹ ਜਾ ਕੇ ਉੱਥੇ ਥਕੇਮਾ ਲਾਉਂਦੇ ਨੇ ਸ਼ਾਮ ਨੂੰ। ਜੇ ਉੱਥੇ ਕੋਈ ਗਲਤ ਕੋਈ ਹੁੱਲੜਬਾਜੀ ਨਹੀਂ, ਇੱਕ ਵੀ ਤੁਸੀਂ ਮੈਨੂੰ ਦੱਸ ਦਿਓ ਵੀ ਇੱਕ ਵੀ ਕਿਤੇ ਕੋਈ ਹੁੱਲੜਬਾਜੀ ਹੋਈ ਹੋਵੇ ਕਿਸੇ, ਹੁਣ ਉੱਥੇ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ, ਸਾਡੀਆਂ ਭੈਣਾਂ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਉੱਥੇ ਬੈਠੇ ਨੇ, ਕਿਉਂਕਿ ਉੱਥੇ ਇੱਕ ਵੀ ਤੁਸੀਂ ਮੈਨੂੰ ਕੋਈ ਕੇਸ ਦੱਸੋ, ਇੱਕ ਵੀ, ਇਹ ਤਾਂ ਕਹਿੰਦੇ ਨੇ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੀ ਉੱਥੇ ਦੁਨੀਆ ਮਾ, ਲੱਖਾਂ ਦੇ ਵਿੱਚ ਕੋਈ ਇੱਕ ਵੀ ਕੇਸ ਇਹੋ ਜਿਹਾ ਹੋਵੇ ਜੋ ਕਹਿਣ ਅਸੀਂ ਕਰਨ ਨੂੰ ਤਿਆਰ ਹਾਂ, ਕਿਉਂਕਿ ਬਿਲਕੁਲ ਸ਼ਾਂਤੀ ਉੱਥੇ ਤਾਂ ਇੱਕ ਬਾਈ ਜੀ, ਜਿਵੇਂ ਇੱਕ ਨਾ ਮਤਲਬ ਜਿਵੇਂ ਕਹੀਏ ਕੋਈ ਪਰਮਾਤਮਾ ਦੇ ਉੱਤੋਂ ਕੋਈ ਲੋਕ ਆ ਕੇ ਉੱਥੇ ਵੱਸ ਗਏ, ਹੁਣ ਸਾਰੇ ਹੀ ਲੋਕ ਉੱਥੇ ਮਤਲਬ ਇੱਕ ਹਜੂਮ ਇਸ ਤਰ੍ਹਾਂ ਦਾ ਵੀ ਉੱਥੇ ਇੱਕ ਭਾਈਚਾਰਕ ਸਾਂਝ ਬਣ ਗਈ ਸਾਡੀ। ਹਰਿਆਣਾ ਕੀ, ਰਾਜਸਥਾਨ ਕੀ, ਯੂਪੀ ਕੀ, ਪੰਜਾਬ ਕੀ, ਮਤਲਬ ਇਹ ਸਾਰਿਆਂ ਨੂੰ ਇੱਕ ਗਲਵੱਕੜੀ 'ਚ ਲੈਣ ਨੂੰ ਜੀ ਕਰਦਾ, ਕਿਉਂਕਿ ਉੱਥੇ ਇੱਕ ਮੋਹ ਦੀਆਂ ਤੰਦਾਂ ਸਾਡੀਆਂ ਐਂ ਜੁੜ ਗਈਆਂ, ਇੱਕ ਦੂਜੇ ਦੇ ਸਾਨੂੰ ਸੱਭਿਆਚਾਰ ਦੇ ਵਿੱਚ ਦੇਖਣ ਪਰਖਣ ਦਾ ਮੌਕਾ ਮਿਲ ਗਿਆ, ਕਿਉਂਕਿ ਇੱਕ ਦੂਜੇ ਨਾਲ ਸਾਡੀ ਐਂ ਅਟੈਚਮੈਂਟ ਹੋ ਗਈ ਵੀ ਚਾਹੇ ਹਰਿਆਣਾ ਹੋਵੇ, ਯੂਪੀ ਹੋਵੇ, ਹੁਣ ਇੱਕ ਸਾਨੂੰ ਆਪਣਾਪਤ ਲੱਗ ਜਾਵੇ ਵੀ ਸਾਰਾ ਸਾਡਾ ਇੱਕ ਪੰਜਾਬ ਆ ਇਹ, ਕਿਉਂਕਿ ਸਾਰੀ ਸਾਡੀ ਸੋਚ ਇੱਕ ਆ। ਹੁਣ ਅਸੀਂ ਇੱਕ ਮਿਸ਼ਨ ਨੂੰ ਲੈ ਕੇ ਹੋਰ ਵੀ ਸਾਨੂੰ ਬਹੁਤ ਕੁਝ ਇਹਨਾਂ ਨੇ, ਚਾਹੇ ਪਾਣੀਆਂ ਦੇ ਮੁੱਦੇ ਹੋਏ ਜਾਂ ਹੋਰ ਬਹੁਤ ਕੁਝ ਸਾਨੂੰ ਉਲਝਾਇਆ ਇੱਕ ਦੂਜੀ ਦੇ ਸਟੇਟਾਂ ਨਾਲ, ਪਰ ਹੁਣ ਇਹ ਸਾਰਾ ਕੁਝ ਅਸੀਂ ਭੁੱਲ ਕੇ ਜੇ ਕਿਤੇ ਵੀ ਸਾਨੂੰ ਕੋਈ ਸਮਝੌਤੇ ਕਰਨੇ ਪੈਣ ਦੂਜੀਆਂ ਸਟੇਟਾਂ ਨਾਲ, ਅਸੀਂ ਦਿਲ ਖੋਲ੍ਹ ਕੇ ਜੋ ਸਾਨੂੰ ਕਰਨਾ ਪਊਗਾ ਉਹ ਅਸੀਂ ਕਰਾਂਗੇ। ਦੂਜੀ ਹੁੱਲੜਬਾਜੀ ਬਾਈ ਕੋਈ ਹੁੱਲੜਬਾਜੀ ਨਹੀਂ, ਕੋਈ ਕੁਛ ਨਹੀਂ, ਐਵੇਂ ਖਾਮਖਾ ਕਰੀਏ। ਦੂਜੀ ਤੁਸੀਂ ਇੱਕ ਤੁਹਾਡੀ ਉਹ ਦੀਪ ਸਿੱਧੂ ਵਾਲਾ ਬਿਆਨ ਤੇ ਮੈਂ ਤੁਹਾਨੂੰ ਦੱਸ ਦੇਵਾਂ, ਦੀਪ ਸਿੱਧੂ ਤੇ ਜਿਹੜਾ ਲੱਖਾ ਸਿਧਾਣਾ ਵਾ ਬਿਲਕੁਲ ਉਹ ਬਿਲਕੁਲ ਸਾਡੇ ਸਤਿਕਾਰਤ ਨੇ, ਕਿਉਂਕਿ ਇਹ ਜਿਹੜੀ ਲਹਿਰ ਬਣੀਆਂ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਸ਼ੁਰੂ ਤੋਂ, ਅਸੀਂ ਵੀ ਇੱਥੇ ਜਦੋਂ ਪੰਪ ਤੇ ਲਿਆ ਸਾਡੇ ਕੋਲ ਵੀ ਮੋਢੇ ਨਾਲ ਮੋਢਾ ਜੜ ਕੇ ਧੱਕੀ ਤੁਰੇ ਹੁੰਦੇ ਨੇ। ਹੁਣ ਵੀ ਕੱਲ ਪਰਸੋਂ ਪ੍ਰੋਗਰਾਮ ਸੀ, ਕਿਉਂਕਿ ਉਹਨਾਂ ਦਾ ਸਤਿਕਾਰ ਦੇਣਾ ਬਣਦਾ, ਕਈ ਵਾਰ ਉੱਥੇ ਸਟੇਜ ਤੇ ਹੁੰਦਾ ਬਿਲਕੁਲ ਉਹਨਾਂ ਦਾ ਕੋਈ ਏਜੰਡਾ ਹੁੰਦਾ ਵੀ ਅਸੀਂ ਨਹੀਂ ਕਰਨਾ, ਕਿਉਂਕਿ ਉਹ ਪਹਿਲਾਂ ਤੋਂ ਵੀ ਸਿਆਸੀ ਲੋਕ ਉਹਨਾਂ ਨੇ ਬੋਲਣ ਨਹੀਂ ਦਿੱਤੇ। ਉੱਥੇ ਇਹੀ ਗੱਲ ਆ ਵੀ ਇਹ ਥੋੜਾ ਜਿਹਾ ਉਹ ਕਹਿੰਦੇ ਭਾਵੁਕਤਾ ਕਰਨਗੇ, ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਅਸੀਂ ਇਹਨਾਂ ਨੂੰ ਬਿਲਕੁਲ ਕਹਿੰਦੇ ਇਹਨਾਂ ਦਾ ਬਹੁਤ ਸਤਿਕਾਰ ਬਣਦਾ। ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਬੇਵਕੂਫ ਨੇ, ਆਉਣ ਵਾਲੇ ਸਤਿਕਾਰ ਜਿਹੜਾ ਇਹਨਾਂ ਦਾ ਬਣਦਾ ਵਾ ਜੋ ਆ ਉਹ ਸਾਰਿਆਂ ਨੂੰ ਸਤਿਕਾਰ ਮਿਲੂਗਾ ਹੀ ਮਿਲੂਗਾ ਜੀ। ਦੱਸੋ 26 ਤਰੀਕ ਦੀ ਤਿਆਰੀ ਹੋ ਗਈ ਫਿਰ? ਬਾਈ 26 ਦੀ ਤਿਆਰੀ ਹੈ ਸਾਡੀ ਤਾਂ, ਤੇ ਮੈਂ ਇੱਕ ਬੇਨਤੀ, ਤਿਆਰੀਆਂ ਦੇ ਵਿੱਚ ਕੀ ਕੀਤਾ ਗਿਆ? ਟਰਾਲੀਆਂ ਕਿੰਨੀਆਂ ਜਾ ਰਹੀਆਂ, ਕੀ ਕੀਤਾ ਜਾ ਰਿਹਾ, ਕਿੰਨੇ ਮੁੰਡੇ ਜਾ ਰਹੇ ਜਾਂ ਅਲੱਗ-ਅਲੱਗ ਪਿੰਡਾਂ 'ਚੋਂ ਨਾਲ ਜਾ ਰਹੇ ਨੇ? ਨਹੀਂ ਅਸੀਂ ਤਾਂ ਜਿਹੜੀ ਹੈ ਨਾ ਬੇਨਤੀ ਕਰਦੇ ਹਾਂ ਵੀ ਆਪਣੀ, ਜਿਵੇਂ ਜਿਹੜੇ ਦੇਖੋ ਜਿਹੜਾ ਬੰਦਾ ਜਿਹਦੇ ਕੋਲੇ ਮਤਲਬ ਸਾਧਨ ਹੈਗਾ ਵਾ, ਜਿਹੜਾ ਜਿਹਦੀ ਗੁੰਜਾਇਸ਼ ਹੈਗੀ ਉਹ ਤਾਂ ਪਹੁੰਚ ਰਿਹਾ ਵਾ ਹਰੇਕ ਬੰਦਾ। ਅਸੀਂ ਜਿਹੜੇ NRI ਨੇ ਜਾਂ ਜਿਹੜੇ ਮਤਲਬ ਦਾਨੀ ਸੱਜਣ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਜਿਹੜੇ ਲੋਕ ਨਹੀਂ ਜਾਣ ਜੋਗੇ, ਤੁਸੀਂ ਜਿਹੜਾ ਲੰਗਰ ਪਹੁੰਚਦਾ ਕਰ ਰਹੇ ਹੋ ਉੱਥੇ ਵਾਧੂ ਚੀਜ਼ਾਂ ਨੇ ਸਭ ਕੁਝ,
ਤੁਸੀਂ ਉਹਨਾਂ ਦੇ ਸਾਧਨਾਂ ਦਾ ਮਤਲਬ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਦਿਓ। ਜਿਵੇਂ ਮਜ਼ਦੂਰ ਹੋ ਗਏ ਜਿਹੜੇ ਕੋਈ ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਵੀ ਬਾਈ ਸਾਨੂੰ ਯਾਰ ਕੋਈ ਲੈ ਕੇ ਜਾਣ ਵਾਲਾ ਨਹੀਂ ਹੈਗਾ, ਕੋਈ ਇਦਾਂ ਦਾ ਉਪਰਾਲਾ ਕੀਤਾ ਜਾਵੇ ਜਿਹੜੇ ਸਾਰੇ ਲੋਕ ਸਾਡੇ ਉੱਥੇ ਪਹੁੰਚ ਸਕਣ। ਤੇ ਜਿਹੜਾ ਇੱਕ 26 ਵਾਲਾ ਬਾਈ 26 ਨੂੰ 9-10 ਵਜੇ ਦਿਨ ਤਾਂ ਪਰੇਡ ਹੋ ਜਾਂਦੀ ਆ, ਉੱਥੇ ਝੰਡਾ ਲਹਿਰਾਇਆ ਜਾਂਦਾ ਵਾ। ਸਾਨੂੰ 1-2 ਦਿਨ ਪਹਿਲਾਂ ਦਾ ਯਾਰ ਪ੍ਰੋਗਰਾਮ ਚਾਹੀਦਾ ਵਾ। ਤੇ ਅੱਜ ਮੈਂ ਸਵੇਰੇ ਅਗਰਾਹਾਂ ਸਾਹਿਬ ਦੀ ਉਹ ਪ੍ਰੈਸ ਕਾਨਫਰੰਸ ਇੰਟਰਵਿਊ ਸੁਣ ਰਿਹਾ ਸੀਗਾ। ਉਹ ਕਹਿ ਰਹੇ ਵੀ ਸਾਡਾ ਹਲੇ ਕੋਈ ਪ੍ਰੋਗਰਾਮ ਹੀ ਹੈ ਨਹੀਂਗਾ। ਇਹ ਦੋ ਚਿੱਤੀ ਦੇ ਵਿੱਚ ਲੋਕਾਂ ਨੂੰ ਨਾ ਪਾਉਣ, ਇਹ ਕਲੀਅਰ ਕਰਨ ਕਿਸਾਨ ਜਥੇਬੰਦੀਆਂ ਵਾਲੇ। ਜੇ ਮਤਲਬ ਕਹਿਤਾ ਤਾਂ ਜਾਣਾ ਪੈਣਾ। ਮੈਂ ਉਹਦੇ 'ਚ ਆਪਣਾ ਘਟਾ ਬਹੁਤ ਆ ਉਹ ਚੀਜ਼ ਦੇ ਵਿੱਚ। ਅਗਲੇ ਨੇ ਕਹਿਣਾ ਪਹਿਲਾਂ ਆਹ ਗੱਲਾਂ ਕਰਕੇ, ਕਿਉਂਕਿ ਪਹਿਲਾਂ ਇਹਨਾਂ ਨੇ ਇੱਕ ਦਿਨ ਕਿਹਾ ਵੀ ਅਸੀਂ ਟ੍ਰੇਲਰ ਦਿਖਾਇਆ, ਠੀਕ ਹੈ ਨਾ, ਵੀ 26 ਦੀ ਤਿਆਰੀ ਕਰ ਰਹੇ ਹਾਂ। ਅੱਜ ਅਗਰਾਹਾਂ ਸਾਹਿਬ ਸਵੇਰੇ ਕਹਿ ਰਹੇ ਸੀ ਕਿਸੇ ਚੈਨਲ ਦੇ ਉੱਤੇ ਕਿ ਵੀ ਸਾਡਾ ਹਲੇ 15 ਤੋਂ ਬਾਅਦ ਦੇਖਾਂਗੇ ਵੀ ਅਸੀਂ 26 ਵਾਲਾ, ਅਸੀਂ ਤਾਂ ਇਕੱਲਾ ਮਾਰਚ ਕਰਨਾ ਵਾ। ਲੋਕ ਤਾਂ ਪਹਿਲਾਂ ਹੀ ਜਾਣ ਲੱਗੇ ਵੀ ਕਿਤੇ ਰੋਕਣ ਦਾ ਪਹਿਲੇ ਚਲੇ ਜਾਂਦੇ ਆ। ਹਾਂ ਬਿਲਕੁਲ ਬਾਈ, 24 ਤਰੀਕ ਨੂੰ ਤੁਰਨਾ ਚਾਹੀਦਾ, ਕਿਉਂਕਿ ਉੱਥੇ ਬੈਰੀਕੇਡਿੰਗ ਵੀ ਹੋਣੀ। ਜਿਵੇਂ ਪਹਿਲਾਂ 26 ਵਾਲਾ ਚੀਜ਼ ਪਹਿਲਾਂ ਵੀ 26 ਨਵੰਬਰ ਸੀਗੀ, ਹੁਣ 26 ਜਨਵਰੀ ਆ। ਉਹੀ ਚੀਜ਼ਾਂ ਸੇਮ ਦੁਹਰਾਈਆਂ ਜਾਣੀਆਂ ਨੇ, ਉਹੀ ਸਾਰਾ ਕੁਝ ਰਿਪੀਟ ਹੋਣਾ ਵਾ। ਤੇ ਹੁਣ ਦਿੱਲੀ ਜਾਣ ਲਈ ਰੋਕਣ ਲਈ ਉਦੋਂ ਡਬਲ ਮਤਲਬ ਫੋਰਸ ਲੱਗਣੀ ਆ, ਡਬਲ ਪਾਵਰ ਲੱਗਣੀ ਸਾਨੂੰ ਰੋਕਣ ਵਾਸਤੇ। ਤੇ ਸਰਕਾਰ ਇੰਨੀ ਕੁ ਡਰੀ ਹੋਈ ਆ। ਦੇਖੋ ਤੁਸੀਂ ਜਿਹੜੀਆਂ ਆਪਣੀਆਂ ਮੀਟਿੰਗਾਂ ਸੀਗੀਆਂ, ਜਿਹੜੀਆਂ ਪਹਿਲਾਂ 8-9 ਮੀਟਿੰਗਾਂ ਹੋ ਚੁੱਕੀਆਂ ਨੇ, 8-8 ਘੰਟੇ ਮੀਟਿੰਗਾਂ ਚੱਲਦੀਆਂ ਸੀ। ਆ ਪਿਛਲੀਆਂ 2 ਮੀਟਿੰਗਾਂ, ਇੱਕ ਮੀਟਿੰਗ 1.5 ਘੰਟਾ ਚੱਲੀ ਆ, ਪੌਣੇ 2 ਘੰਟੇ, ਇੱਕ ਸਿਰਫ 45 ਮਿੰਟ ਜਿਹੜੀ ਲਾਸਟ ਮੀਟਿੰਗ ਹੋਈ ਆ। ਸਰਕਾਰ ਕੋਲੇ ਸਾਡੇ ਜਿਹੜੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ, ਉਹਨਾਂ ਨੂੰ ਦੇਣ ਨੂੰ ਮਤਲਬ ਜਵਾਬ ਨਹੀਂ ਹੈਗਾ। ਉਹ ਕਹਿ ਦਿੰਦੇ ਆ ਵੀ ਤੁਸੀਂ ਸਾਨੂੰ ਆ ਮਤਲਬ ਜਿਹੜਾ ਕਿਸਾਨੀ ਮੁੱਦਾ ਛੱਡ ਕੇ ਹੋਰ ਗੱਲ ਕਰੋ। ਇਹ ਸਾਡੇ ਬੰਦੇ ਕਹਿੰਦੇ ਆ ਵੀ ਅਸੀਂ ਉਦੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਨੀ ਹੈਗੀ। ਇਹ ਹੁਣ ਜਿਹੜੇ ਅਖੀਰਲਾ ਕੁਐਸਚਨ ਪੁੱਛਦਾ, ਕਹਿੰਦੇ ਪੰਜਾਬ ਵਾਲਿਆਂ ਕੋਲੋਂ ਇੰਨਾ ਫੰਡ ਆਉਂਦਾ ਕਿੱਥੋਂ ਆ? ਕਹਿੰਦੇ ਲੰਗਰ ਲੱਗੀ ਜਾਂਦੇ ਨੇ, ਕਿਤੇ ਬਦਾਮ ਚੱਲੀ ਜਾਂਦੇ, ਕਿਤੇ ਕਾਜੂ ਚੱਲੀ ਜਾਂਦੇ ਨੇ, ਵੀ ਇਹ ਲਿਆਉਂਦੇ ਕਿੱਥੋਂ ਆ ਫੰਡ? ਇਹ ਕਹਿੰਦੇ ਬਾਈ ਦੇਖੋ 20 ਰੁਪਏ ਦਾ ਲੰਗਰ ਲੱਗ ਗਿਆ ਸੀ ਗੁਰੂ ਨਾਨਕ ਦੇਵ ਜੀ। ਇਹੀ ਗੱਲ ਕਹੀ ਜਾਂਦੀ ਹਮੇਸ਼ਾ, ਲੇਕਿਨ ਉਹ ਸਮਝਦੇ ਨਹੀਂ। ਉਹ ਕਹਿੰਦੇ ਪਤਾ ਨਹੀਂ ਫੰਡਿੰਗ ਕਿੱਥੋਂ ਆਈ ਜਾਂਦੀ ਹੈ, ਕਹਿੰਦੇ ਪਤਾ ਨਹੀਂ ਪਿੰਡਾਂ ਦੇ ਪਿੰਡ ਕਿਵੇਂ ਤੁਰੇ ਆਉਂਦੇ ਨੇ। ਮੈਂ ਤੁਹਾਨੂੰ ਦੱਸਦਾ ਜੀ ਉਹਦੀ ਕੀ ਚੀਜ਼ ਆ ਨਾ। ਇਹਨਾਂ ਨੇ ਸਾਡੇ ਜਿਹੜੇ ਬਾਹਰ ਸਾਡਾ ਭਾਈਚਾਰਾ ਬੈਠਾ ਵਾ ਬਾਹਰਲੇ ਮੁਲਕਾਂ ਦੇ ਵਿੱਚ, ਇਹਨਾਂ ਨੂੰ ਸਾਰੇ ਉਹ ਖਾਲਿਸਤਾਨੀ, ਗਰਮ ਖਿਆਲੀ, ਵੱਖਵਾਦੀ ਇਹ ਕਿਉਂ ਲੱਗਦੇ ਆ ਯਾਰ? ਦੇਖੋ ਉੱਥੇ ਸਾਡੇ ਜਿਹੜੇ ਹਰਿਆਣੇ ਦੇ ਲੋਕ ਵੀ ਲੰਗਰ ਲਾ ਰਹੇ ਆ, ਸਮਾਨ ਲਿਆ ਰਹੇ ਆ, ਉਹਨਾਂ ਦੇ ਕਿਸੇ ਤੇ ਕੁਐਸਚਨ ਪੁੱਟ ਨਹੀਂ ਹੁੰਦਾ ਹੈਗਾ। ਪੁੱਟ ਸਿਰਫ ਸਾਡੇ ਜਿਹੜੇ ਬਾਹਰਲੇ ਨੇ। ਬਾਹਰਲੇ ਕੌਣ ਨੇ? ਇਹਨਾਂ ਨੂੰ ਜਿਹੜਾ ਅਸੀਂ ਦੱਸਣਾ ਚਾਹਾਂਗੇ ਤੁਹਾਡੇ ਜਰੀਏ ਵੀ ਬਾਹਰਲੇ ਉਹੀ ਨੇ ਜਿਹੜੇ ਉੱਥੇ ਕਿਸਾਨ ਬਜ਼ੁਰਗ ਬੈਠੇ ਆ, ਉਹਨਾਂ ਦੇ ਗਾਹਾਂ ਜਵਾਕ ਗਏ ਹੋਏ ਬਾਹਰ ਬੈਠੇ ਆ। ਉਹ ਦੇਖਦੇ ਆ ਸੋਸ਼ਲ ਮੀਡੀਆ ਰਾਹੀਂ, ਤੁਹਾਡੀਆਂ ਨਿਊਜ਼ ਚੈਨਲਾਂ ਰਾਹੀਂ ਕਿ ਸਾਡੇ ਪਿਓਾਂ ਨਾਲ ਉੱਥੇ ਕੀ ਹੁੰਦਾ, ਸਾਡੇ ਪੰਜਾਬ ਨਾਲ ਕੀ ਹੋ ਰਿਹਾ। ਉਹਨਾਂ ਦੇ ਅੰਦਰ ਜਜ਼ਬਾਤ ਨੇ ਬਾਈ, ਉਹ ਜਜ਼ਬਾਤੀ ਹੋ ਗਿਆ ਆਪਦੇ ਹੱਕ। ਜੇ ਉਹ ਆਪ ਨਹੀਂ ਆ ਸਕਦੇ ਤਾਂ ਆਪਦਾ ਜਿਹੜਾ ਤਿਲ ਫੁੱਲ ਆ ਉਹ ਪਾ ਰਹੇ ਆ ਬਾਈ। ਇਹਨਾਂ ਨੂੰ ਕੀ ਤਕਲੀਫ ਆ ਯਾਰ? ਅੱਗੇ ਵੀ ਸੰਘਰਸ਼ ਹੁੰਦੇ ਆ, ਉਹਨਾਂ ਨੂੰ ਵੀ ਫੰਡਿੰਗ ਹੁੰਦੀ ਆ। ਦਿੱਲੀ ਹੋਇਆ ਸੀਗਾ ਆਹ ਜਿਹੜਾ ਅੰਨਾ ਹਜ਼ਾਰੇ ਨੇ ਕੀਤਾ ਸੀਗਾ, ਉਹਨੂੰ ਫੰਡਿੰਗ, ਅਸੀਂ ਸਵਾਲ ਪੁੱਛਦੇ ਆ ਇਹਨਾਂ ਨੂੰ, ਉਹਦਾ ਜਵਾਬ ਦਿਓ। ਉਹਨੂੰ ਫੰਡਿੰਗ ਕੌਣ ਕਰਦਾ ਸੀ? RSS ਕਰ ਰਹੀ ਸੀਗੀ। ਜਿਹੜਾ ਇਹਨਾਂ ਦਾ NSC ਦਾ ਸਿਕਿਉਰਿਟੀ ਇੰਚਾਰਜ, ਉਹ ਇਹਨੂੰ ਫੰਡਿੰਗ ਕਰਦੀ ਸੀ। ਉਹਦੀ ਜਿਹੜੀ ਫਾਊਂਡੇਸ਼ਨ ਆ, ਵਿਵੇਕਾਨੰਦ ਫਾਊਂਡੇਸ਼ਨ, ਉਹ ਇਹਨੂੰ ਫੰਡਿੰਗ ਕਰ ਰਹੀ ਸੀ। ਉਹਦਾ ਕੱਢੋ ਤੁਸੀਂ, ਉਹਦਾ ਜਵਾਬ ਮੰਗੋ। ਤੁਸੀਂ ਤਾਂ ਸਾਡੇ ਲੋਕ, ਜਿਹੜੇ ਸਾਡੇ ਲੋਕ ਨੇ, ਆਮ ਲੋਕ ਨੇ, ਉਹਨਾਂ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ। ਕਦੇ ਤੁਸੀਂ ਖਾਲਸਾ ਏਡ ਤੇ ਸਵਾਲ ਖੜੇ ਕਰਦੇ ਹੋ, ਠੀਕ ਹੈ? ਜਿਹੜੀ ਲੋਕਾਂ ਨੂੰ ਬਾਹਰਲੇ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ, ਮਤਲਬ ਵੀ ਬਦਨਾਮ ਕਰਨ ਦੇ ਲਈ। ਪ੍ਰਾਪੋਗੰਡੇ ਦਾ ਦੇਖੋ ਇਹਦਾ ਕਲਚਰ ਬਣ ਚੁੱਕਿਆ ਪ੍ਰੋਪੇਗੈਂਡਾ ਕਰਨ ਦਾ। ਪ੍ਰੋਪੇਗੈਂਡੇ ਦੀ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ ਦੱਸਦਾ ਮੈਂ। ਅਸੀਂ ਇੱਥੇ ਨਾ ਆਪਣੇ ਰਣੀਆਂ ਪੰਪ ਘੇਰਿਆ ਹੋਇਆ ਸੀਗਾ, ਤੁਹਾਨੂੰ ਵੀ, ਤੁਹਾਡੀ ਵੀ ਨੌਲੇਜ ਦੇ ਵਿੱਚ ਹੈਗਾ। ਚਲੋ ਜਥੇਬੰਦੀਆਂ ਦਾ ਫੈਸਲਾ ਆ ਗਿਆ ਵੀ ਛੱਡ ਦਿਓ, ਅਸੀਂ ਛੱਡਤਾ। ਸਾਡੇ ਇੱਥੇ ਆਮ ਲੋਕ ਜਿਹੜੇ ਮਤਲਬ ਆਪਦਿਆਂ ਨੂੰ ਮੋਹਤਵਾਰ ਕਹਾਉਂਦੇ ਆ, ਥੋੜ੍ਹੇ ਜਿਹੇ ਹੁੰਦੇ ਆ ਨਾ ਜਿਹੜੇ ਮਤਲਬ ਲੀਡਰਾਂ ਦੇ ਕੌਲੀ ਜੱਟ ਹੁੰਦੇ ਆ, ਉਹ ਪਤਾ ਉਹਨਾਂ ਨੇ ਕੀ ਪ੍ਰੋਪੇਗੈਂਡਾ ਕੀਤਾ। ਉਹ ਕਹਿੰਦੇ ਵੀ ਇਹ ਬੰਦੇ ਪੈਸੇ ਲੈ ਕੇ ਉੱਠ ਖੜੇ, ਅਸੀਂ ਬਾਈ ਉਹਨਾਂ ਦੀ ਜੁੱਤੀ ਦੇ ਵਿੱਚ ਦੀ ਪਾਣੀ ਪੀ ਲਾਂਗੇ ਜੇ ਉਹ ਸਾਬਤ ਕਰ। ਆਹ ਪੰਪ ਦਾ ਮਾਲਕ ਬੈਠਾ ਹੋਊਗਾ, ਪੰਪ ਤੇ ਜਾ ਕੇ ਸਾਬਤ ਕਰ ਦੇਣ ਜੇ ਅਸੀਂ ਉੱਥੋਂ 1 ਰੁਪਈਆ ਲਿਆ ਹੋਵੇ। ਅਸੀਂ ਮਤਲਬ ਜਥੇਬੰਦੀਆਂ ਦੇ ਫਾਇਦੇ। ਉਦੋਂ ਬਾਅਦ ਕਹਿੰਦੇ ਜੀ ਅਰੈਸਟ ਹੋ ਗਏ, ਦਿੱਲੀ ਆ ਕੇ ਪੈਸੇ ਦੇ ਕੇ ਅਰੈਸਟ ਹੋਇਆ ਪੁਲਿਸ ਵਾਲਿਆਂ ਨੂੰ। ਕੋਈ ਹੋ ਸਕਦਾ? ਤੁਸੀਂ ਮੈਨੂੰ ਇਹ ਜਵਾਬ ਦਿਓ। ਲੱਖਾ ਸਿਧਾਣਾ ਸਾਡਾ ਬਾਈਕਾਟ ਕਰ ਗਿਆ, ਇਹ ਗੱਲ ਵੀ ਮਤਲਬ ਪ੍ਰਚਲਿਤ ਕੀਤੀ ਜਾ ਰਹੀ ਆ। ਤੁਸੀਂ ਦੇਖੋ ਇੱਦਾਂ ਦੀਆਂ ਗੱਲਾਂ ਫੈਲਾਈਆਂ ਰਹਿੰਦੀਆਂ। ਦੇਖੋ ਅਸੀਂ ਤਾਂ ਇਹ ਸੰਘਰਸ਼ ਦੀ ਇੱਕ ਵੱਡੀ ਜਿੱਤ ਮੰਨਦੇ ਹਾਂ। ਜਿਹੜੇ ਲੋਕ ਸਾਨੂੰ, ਅਸੀਂ 26 ਨੂੰ ਗਏ ਸੀ ਨਾ ਇੱਥੋਂ, ਜਿਹੜੇ ਇੱਥੇ ਬੈਠ ਕੇ ਲੋਕ ਖੁੰਡਾਂ ਤੇ ਹੱਸਦੇ ਸੀਗੇ ਵੀ 76 ਖਾ ਕੇ ਮੁੜਨਗੇ, ਉਹ ਵੀ ਹੁਣ ਜਾ ਹਾਜ਼ਰੀਆਂ ਲਵਾਉਂਦੇ ਆ ਉੱਥੇ। ਇਹ ਜਿੱਤ ਆ ਬਾਈ, ਇਹ ਵੱਡੀ ਜਿੱਤ ਹੈ ਇਹ ਸੰਘਰਸ਼ ਦੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਪੰਜਾਬ ਦੇ ਕਿਸਾਨ ਜਿਨ੍ਹਾਂ ਦੇ ਵਿਚਲੇ ਜਜ਼ਬਾਤ ਬਰਕਰਾਰ ਨੇ ਔਰ ਲਗਾਤਾਰ ਜਿਹੜੇ ਆ ਸੰਘਰਸ਼ ਕੀਤਾ ਜਾ ਰਿਹਾ ਵਾ ਇਹਨਾਂ ਕਾਨੂੰਨਾਂ ਦੇ ਖਿਲਾਫ। ਚਾਹੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਹਨਾਂ ਕਾਨੂੰਨਾਂ ਦੇ ਉੱਤੇ ਸਟੇ ਲਗਾਈ ਜਾਵੇ, ਲੇਕਿਨ ਹਲੇ ਵੀ ਕਿਸਾਨਾਂ ਸੰਘਰਸ਼ ਜਾਰੀ ਹੈ ਔਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਜਿਹੜਾ ਹੈ ਦਿੱਲੀੋਂ ਵਾਪਸ ਨਹੀਂ ਆਇਆ ਜਾਊਗਾ। ਸੋ ਵਧੇਰੇ ਅਪਡੇਟਸ ਜੁੜ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸੁਨਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।